Dear student, welcome back to the part 2 of the differentiation. ਅੱਜ ਅਸੀਂ ਜਿਹੜਾ ਹੈ differentiation ਦੇ ਰਿਲੇਟਡ ਜਿਹੜੇ ਸਮਸ ਜਿਹੜੇ ਨੇ ਆਪਾਂ ਕਰਾਂਗੇ। ਉਸ ਤੋਂ ਪਹਿਲਾਂ ਕੁਝ ਫਾਰਮੂਲੇ ਨੇ ਜਿਹੜੇ ਤੁਸੀਂ ਇਹਨਾਂ ਨੂੰ ਨੋਟ ਕਰ ਲਓ। ਉਸ ਤੋਂ ਬਾਅਦ ਅਸੀਂ ਜਿਹੜਾ ਹੈ ਇਹਨਾਂ ਦੇ ਰਿਲੇਟਡ ਜਿਹੜੇ ਆਪਾਂ ਸਮ ਜਿਹੜੇ ਆਪਾਂ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਕੱਲ ਅਸੀਂ ਜਿਹੜਾ ਹੈ ਸਟੱਡੀ ਕੀਤਾ, ਲਾਸਟ ਅਸੀਂ ਜਿਹੜਾ ਸਟੱਡੀ ਕੀਤਾ ਸੀ ਕਿ y ਇਕੁਅਲ ਟੂ x ਦੀ ਪਾਵਰ n ਹੋਏ, ਕੋਈ ਫੰਕਸ਼ਨ ਹੈ x ਦੀ ਪਾਵਰ n and we want to find dy by dx, ਚੇਂਜ ਨਿਕਾਲਣੀ ਹੈ y ਦੇ ਵਿੱਚ due to change in x। ਤੇ ਕਿਸ ਤਰ੍ਹਾਂ ਕਰਨਾ ਹੈ? ਪਹਿਲਾਂ ਅਸੀਂ ਕੀ ਕੀਤਾ ਸੀ, d by dx ਇਸ ਤਰ੍ਹਾਂ ਹੀ y ਦੀ ਜਗ੍ਹਾ ਦੇ ਉੱਤੇ a ਦੀ ਜਿਹੜੀ ਹੈ ਅਸੀਂ ਵੈਲਿਊ ਪੁੱਟ ਕਰ ਦਿੱਤੀ ਸੀ। ਉਸ ਤੋਂ ਬਾਅਦ ਕੀ ਕੀਤਾ ਸੀ, ਪਾਵਰ ਨੂੰ ਨੀਚੇ ਉਤਾਰਿਆ, ਪਾਵਰ ਨੂੰ ਨੀਚੇ ਉਤਾਰਨ ਤੋਂ ਬਾਅਦ ਉਹਦੇ ਵਿੱਚੋਂ ਅਸੀਂ ਇੱਕ ਮਾਈਨਸ ਕਰਤਾ ਸੀ। ਨਾਓ ਦਿਸ ਇਜ਼ ਅ ਫਾਰਮੂਲਾ ਫॉर if y is x the power n, then dy by dx will be equal to n x the power n minus 1. For example, ਜੇ y ਸਾਡੇ ਕੋਲ x ਦੀ ਪਾਵਰ ਸਾਡੇ ਕੋਲ ਹੋਵੇ 4, then dy by dx will be equal to, ਅਸੀਂ ਕੀ ਕਰਾਂਗੇ, d dx of x ਦੀ ਪਾਵਰ 4, y ਦੀ ਜਗ੍ਹਾ ਤੇ ਵੈਲਿਊ ਪੁੱਟ ਕਰਤੀ, ਪਾਵਰ ਨੀਚੇ ਤਾਰੀ and power ਵਿੱਚੋਂ ਤੁਸੀਂ ਜਿਹੜਾ ਹੈ ਇੱਕ ਵਿੱਚੋਂ ਮਾਈਨਸ ਕਰਤਾ। now this is the first formula related with the differentiation। ਇਹ ਤੁਸੀਂ ਆਲਰੇਡੀ ਫਸਟ ਲੈਕਚਰ ਦੇ ਵਿੱਚ ਅਸੀਂ ਡਿਸਕਸ ਕੀਤਾ। ਸੈਕੰਡ ਜਿਹੜਾ ਫਾਰਮੂਲਾ ਸੀਗਾ y equal to c, ਜੇਕਰ y ਸਾਡੇ ਕੋਲ ਕੋਈ ਕਾਂਸਟੈਂਟ ਹੈ ਤੇ ਕਾਂਸਟੈਂਟ ਵਿੱਚ ਕਦੀ ਵੀ ਚੇਂਜ ਨਹੀਂ ਆਉਂਦੀ, ਤੇ ਇਹਦਾ ਮਤਲਬ dy by dx ਜਿਹੜਾ ਆਏਗਾ ਸਾਡੇ ਕੋਲ d dx of y ਦੀ ਵੈਲਿਊ c ਭਰ ਦਿੱਤੀ, ਤੇ ਸਾਡੇ ਕੋਲ ਆਨਸਰ ਕਿੰਨਾ ਆਏਗਾ c। ਕਾਂਸਟੈਂਟ ਵਿੱਚ ਕਦੀ ਵੀ ਚੇਂਜ ਨਹੀਂ ਆਉਂਦੀ, ਇਹਦਾ ਮਤਲਬ ਕਾਂਸਟੈਂਟ ਦੀ ਡਿਫਰੈਂਸ਼ੀਏਸ਼ਨ ਜਿਹੜੀ ਆਏਗੀ ਉਹ ਸਾਡੇ ਕੋਲ 0 ਆਏਗੀ। ਨਾਓ the formula number 3, if y equal to c into any function, ਸਾਡੇ ਕੋਲ ਨਾਲ ਕੋਈ ਫੰਕਸ਼ਨ ਹੈ y is equal to c fx, then how to solve? ਅਸੀਂ ਕੱਲ ਕੀ ਸਟੱਡੀ ਕੀਤਾ ਸੀ ਕਿ dy by dx is equal to, ਪਹਿਲਾਂ ਅਸੀਂ ਇਹਦੀ ਵੈਲਿਊ ਭਰਾਂਗੇ, ਇੱਥੇ ਆ ਜਾਏਗਾ c, ਨਾਲ ਆ ਜਾਏਗਾ ਫੰਕਸ਼ਨ, ਤੇ ਕਾਂਸਟੈਂਟ ਨੂੰ ਅਸੀਂ ਕੀ ਕਰਦੇ ਹਾਂ, ਡਿਫਰੈਂਸ਼ੀਏਸ਼ਨ ਦੇ ਵਿੱਚੋਂ ਬਾਹਰ ਕੱਢ ਦੇਣਾ ਹੈ। ਇਹ ਬੇਟਾ ਆਪਣੇ ਮਾਈਂਡ 'ਚ ਰੱਖ ਲਓ, ਜਦੋਂ ਵੀ ਕੋਈ ਕਾਂਸਟੈਂਟ ਦੇ ਨਾਲ ਕੋਈ ਫੰਕਸ਼ਨ ਹੈ ਤੇ ਕਾਂਸਟੈਂਟ ਚੀਜ਼ ਨੂੰ ਡਿਫਰੈਂਸ਼ੀਏਸ਼ਨ 'ਚੋਂ ਹਮੇਸ਼ਾ ਅਸੀਂ ਬਾਹਰ ਕੱਢਾਂਗੇ। c ਬਾਹਰ ਆ ਗਿਆ ਤੇ ਅੰਦਰ ਤੁਹਾਡੇ ਕੋਲ ਸਿਰਫ ਤੇ ਸਿਰਫ ਕੀ ਰਹਿ ਜਾਏਗਾ, fx, ਉਹਦੀ ਅਸੀਂ ਕਰ ਦਾਂਗੇ ਫਰਦਰ ਡਿਫਰੈਂਸ਼ੀਏਸ਼ਨ। ਫੋਰ ਐਗਜ਼ਾਮਪਲ ਜੇ ਇਹਦਾ ਅਸੀਂ ਜਿਹੜਾ ਹੈ ਕੋਈ ਐਗਜ਼ਾਮਪਲ ਲਈਏ, ਮੰਨ ਲਓ ਇਹਦੀ ਹੀ ਐਗਜ਼ਾਮਪਲ ਹੈ, ਮੰਨ ਲਓ y is equal to 3x square, ਇਹ ਕਾਂਸਟੈਂਟ ਹੋ ਗਿਆ, ਇਹ ਸਾਡੇ ਕੋਲ ਫੰਕਸ਼ਨ ਹੋ ਗਿਆ, and we want to calculate dy by dx, then what to do? ਪਹਿਲਾਂ ਤੇ y ਦੀ ਅਸੀਂ ਵੈਲਿਊ ਪੁੱਟ ਕਰਾਂਗੇ, ਵੈਲਿਊ ਪੁੱਟ ਕਰਨ ਤੋਂ ਬਾਅਦ ਦੇਖਣਾ ਹੈ ਇਹ ਸਾਡਾ ਕਾਂਸਟੈਂਟ ਹੈ, ਕਾਂਸਟੈਂਟ ਨੂੰ ਵਿੱਚੋਂ ਅਸੀਂ ਬਾਹਰ ਨਿਕਾਲ ਦਾਂਗੇ, ਅੰਦਰ ਸਾਡੇ ਕੋਲ ਕੀ ਰਹਿ ਜਾਏਗਾ, ਓਨਲੀ x ਸਕੁਅਰ ਰਹਿ ਜਾਏਗਾ। ਤੇ x ਸਕੁਅਰ ਵਾਲਾ ਕਿਹੜਾ ਫਾਰਮੂਲਾ ਹੈ, ਪਾਵਰ ਵਾਲਾ ਜਿਹੜਾ ਨੰਬਰ 1, 3 ਦਾ 3 ਮਲਟੀਪਲਾਈ, ਪਾਵਰ ਨੂੰ ਨੀਚੇ ਤਾਰਿਆ ਤੇ ਪਾਵਰ ਵਿੱਚੋਂ ਇੱਕ ਮਾਈਨਸ ਕਰ ਦੇਣਾ ਹੈ। ਨਾਓ ਇਟ ਵਿਲ ਬਿਕਮ 3 to the 6, ਤੇ ਅੱਗੇ ਆ ਜਾਏਗਾ ਤੁਹਾਡੇ ਕੋਲ x, ਕਿਉਂਕਿ 2 minus 1 ਜਿਹੜਾ ਹੈ ਸਾਡੇ ਕੋਲ ਬਣ ਜਾਏਗਾ 1। ਨਾਓ ਦਿਸ ਇਜ਼ ਦਾ formula related with constant into function. Now next one is, if we have y equal to u plus v, ਕੱਲ ਅਸੀਂ ਇਥੋਂ ਲਾਸਟ ਅਸੀਂ ਤੇ ਛੱਡ ਦਿੱਤਾ ਸੀ, ਆਓ ਇਸ ਨੂੰ ਫਰਦਰ ਸਟੱਡੀ ਕਰੀਏ। ਜੇਕਰ y 2 ਜਾਂ 3 ਜਿੰਨੇ ਮਰਜ਼ੀ ਫੰਕਸ਼ਨ ਹੈ ਉਹਦਾ ਸਮ ਹੋਵੇ, ਇਹ ਵੀ ਫੰਕਸ਼ਨ ਹੈ, ਆ ਵੀ ਫੰਕਸ਼ਨ ਹੈ, w ਵੀ ਫੰਕਸ਼ਨ ਹੈ, ਇਹਨਾਂ ਦਾ ਸਮ ਹੋਏ, ਤੇ ਜਾਂ ਇਹਨਾਂ ਦੇ ਵਿੱਚ ਸਮ ਦੀ ਜਗ੍ਹਾ ਤੇ ਵਿੱਚ ਕਿਤੇ ਮਾਈਨਸ ਹੋਵੇ,
ਤੇ ਅਸੀਂ dy by dx ਨਿਕਾਲਣਾ ਹੈ। ਚੇਂਜ ਇਨ y ਡਿਊ ਟੂ ਚੇਂਜ ਇਨ x ਨਿਕਾਲਣਾ ਹੈ। ਅਸੀਂ ਕੀ ਕਰਾਂਗੇ, ਸਾਰਿਆਂ ਦੇ ਵੱਖਰੀ ਵੱਖਰੀ ਡਿਫਰੈਂਸ਼ੀਏਸ਼ਨ ਕਰ ਦਾਂਗੇ। ਸਾਡੇ ਕੋਲ ਆਏਗਾ du by dx ਪਲੱਸ ਮਾਈਨਸ, ਅੱਗੇ ਆ ਜਾਏਗਾ dv by dx ਪਲੱਸ ਮਾਈਨਸ, dw by dx ਪਲੱਸ ਮਾਈਨਸ ਸੋ ਔਨ। ਇਹ ਇਸ ਤਰ੍ਹਾਂ ਹੀ ਜਿਹੜਾ ਗਾਂ ਪੂਰਾ ਤੁਰਦਾ ਜਾਏਗਾ। ਇਹ ਫਾਰਮੂਲੇ ਨੂੰ ਅਸੀਂ ਕਿਸ ਤਰ੍ਹਾਂ ਹੱਲ ਕਰਦੇ ਹਾਂ, ਇਹਦੀ ਵੀ ਜਿਹੜੀ ਹੈ ਐਗਜ਼ਾਮਪਲ ਦੇਖ ਲਓ ਕਿਸ ਤਰ੍ਹਾਂ ਅਸੀਂ ਇਹਨੂੰ ਹੱਲ ਕਰਾਂਗੇ। ਸਪੋਜ਼ ਮੰਨ ਲਓ ਸਾਡੇ ਕੋਲ y ਜਿਹੜਾ ਹੈ ਇਟ ਇਜ਼ x ਕਿਊਬ plus 6 है। Suppose y is equal to x cube plus 6. Now this is u, now this is v। ਤੇ ਜੇ ਇਹਦੀ ਅਸੀਂ ਡਿਫਰੈਂਸ਼ੀਏਸ਼ਨ ਨਿਕਾਲਣੀ ਹੈ dy by dx ਤੇ ਕਿਸ ਤਰ੍ਹਾਂ ਨਿਕਾਲਾਂਗੇ, ਪਹਿਲਾਂ ਤੇ ਅਸੀਂ ਕੀ ਕਰਾਂਗੇ, ਇਹਦੀ ਵੱਖਰੀ ਕਰ ਦਾਂਗੇ ਪਲੱਸ d by dx 6 ਦੀ ਅਸੀਂ ਜਿਹੜੀ ਹੈ ਵੱਖਰੀ ਕਰ ਦਾਂਗੇ। ਤੇ ਜੇ ਪਲੱਸ ਹੋਰ ਕੁਝ ਵੀ ਹੁੰਦਾ ਉਹਦੀ ਵੀ ਡਿਫਰੈਂਸ਼ੀਏਸ਼ਨ ਜਿਹੜੀ ਹੈ ਆਪਾਂ ਫਰਦਰ ਪਲੱਸ ਪਾ ਕੇ ਉਹ ਵੱਖਰੀ ਕਰ ਦੇਣੀ। ਇਹ ਸਾਡਾ ਪਹਿਲਾ ਸਟੈਪ ਹੈ। ਇਹਦੀ ਵੱਖਰੀ ਕਰੋ ਪਲੱਸ, ਤੇ ਜੇ ਮਾਈਨਸ ਹੈ ਤੇ ਮਾਈਨਸ ਲਗਾ ਦਿਓ, ਇਹਦੀ ਡਿਫਰੈਂਸ਼ੀਏਸ਼ਨ ਵੱਖਰੀ ਕਰ ਦਿਓ। ਨਾਓ what is this ddx of x ਦੀ ਪਾਵਰ 3। ਹਾਊ ਟੂ ਸੋਲਵ, ਪਾਵਰ ਵਾਲਾ ਸਮ ਕਿਸ ਤਰ੍ਹਾਂ ਸੋਲਵ ਕਰਦੇ ਆ, ਪਾਵਰ ਨੀਚੇ ਤਾਰੀ, ਅੱਗੇ x ਆ ਗਿਆ, ਪਾਵਰ ਵਿੱਚੋਂ ਜਿਹੜਾ ਹੈ 1 ਮਾਈਨਸ ਕਰ ਦਿੱਤਾ, ਪਲੱਸ ddx of 6 ਕੱਲਾ ਕਾਂਸਟੈਂਟ ਹੈ, ਇਹਦੇ ਨਾਲ ਕੋਈ ਵੇਰੀਏਬਲ ਨਹੀਂ ਲੱਗਾ ਤੇ ਕਾਂਸਟੈਂਟ ਦੀ ਡਿਫਰੈਂਸ਼ੀਏਸ਼ਨ ਜਿਹੜੀ ਹੈ ਉਹ ਸਾਡੇ ਕੋਲ ਕਿੰਨੀ ਆ ਜਾਏਗੀ 0 ਐਂਡ ਵੀ ਗੈਟ ਓਨਲੀ ਦਾ ਆਨਸਰ ਵਿਲ ਬੀ 3x ਸਕੁਅਰ। ਸਿਰਫ ਇਹਦੀ ਹੀ ਆਪਾਂ ਡਿਫਰੈਂਸ਼ੀਏਸ਼ਨ ਕੀਤੀ, ਇਹਦੀ ਡਿਫਰੈਂਸ਼ੀਏਸ਼ਨ ਸਾਡੇ ਕੋਲ ਕਿੰਨੀ ਆ ਗਈ 0 ਤੇ ਆਨਸਰ ਤੇ ਸਾਡੇ ਕੋਲ ਆ ਜਾਏਗਾ 3x ਸਕੁਅਰ। ਨਾਓ ਦਿਸ ਇਜ਼ ਦਾ ਫਾਰਮੂਲਾ u plus v ਤੇ ਜਦੋਂ ਡਿਫਰੈਂਸ਼ੀਏਸ਼ਨ ਕਰਾਂਗੇ ਤੇ ਵੱਖਰਾ ਤੁਸੀਂ ਇਹਨੂੰ ਕਰਦੇ ਜਾਣਾ। ਨਾਓ ਇਸ ਤੋਂ ਬਾਅਦ ਜਿਹੜਾ ਹੈ ਨੈਕਸਟ ਵਨ ਇਜ਼, ਜੇਕਰ ਸਾਡੇ ਕੋਲ ਦੋ ਨੰਬਰਸ ਦੀ ਪ੍ਰੋਡਕਟ ਹੋਵੇ ਦੋ ਫੰਕਸ਼ਨ ਦੀ, ਨਾਓ u into v, ਇਹ ਫਾਰਮੂਲਾ ਜਿਹੜਾ ਹੈ ਥੋੜਾ ਜਿਹਾ ਲੈਂਥੀ ਹੈ, ਇਹਨੂੰ ਧਿਆਨ ਨਾਲ ਦੇਖਣਾ ਹੈ। y equal to u multiply by v। how to solve, dy by dx equal to, ਅਸੀਂ ਕੀ ਕਰਾਂਗੇ, ਪਹਿਲਾਂ ਤੇ y ਦੀ ਜਗ੍ਹਾ ਤੇ u into v ਲਿਖ ਦਾਂਗੇ। ਨਾ ਇਹਨੂੰ ਸੋਲਵ ਕਿਵੇਂ ਕਰਨਾ ਹੈ, ਹੁਣ ਧਿਆਨ ਨਾਲ ਦੇਖੋ। ਇਹਨਾਂ ਦੋਨੋਂ ਫੰਕਸ਼ਨ ਦੀ ਪ੍ਰੋਡਕਟ ਹੈ, ਪਹਿਲਾ ਸਮ ਤੇ ਮਾਈਨਸ ਵਾਲਾ ਸੀ, ਹੁਣ ਪ੍ਰੋਡਕਟ ਵਾਲਾ। ਇਹਨਾਂ ਦੋਨਾਂ ਵਿੱਚੋਂ ਜਿਹੜਾ ਮਰਜੀ ਇੱਕ ਫੰਕਸ਼ਨ ਤੁਸੀਂ ਪਹਿਲਾਂ ਲਿਖ ਲੈਣਾ ਹੈ। ਸਪੋਜ਼ ਆਈ ਰਾਈਟ u, ਇਹਨਾਂ ਚ ਇੱਕ ਫੰਕਸ਼ਨ ਮੈਂ ਲਿਖ ਲਿਆ u, ਨਾਲ ਹੀ ਅਸੀਂ ਜਿਹੜਾ ਹੈ ਡਿਫਰੈਂਸ਼ੀਏਸ਼ਨ ਕਰ ਦਾਂਗੇ v ਦੀ। u ਨੂੰ ਬਾਹਰ ਕੱਢ ਦਿੱਤਾ ਤੇ ਡਿਫਰੈਂਸ਼ੀਏਸ਼ਨ ਕਰ ਦਿੱਤੀ ਅਸੀਂ v ਦੀ, ਦੂਜੇ ਫੰਕਸ਼ਨ ਦੀ ਡਿਫਰੈਂਸ਼ੀਏਸ਼ਨ ਕਰਤੀ। ਅੱਗੇ ਸਾਈਨ ਪਾਣਾ ਹੈ ਹਮੇਸ਼ਾ ਪਲੱਸ ਦਾ, ਇਹ ਯਾਦ ਰੱਖਣਾ ਹੈ। u ਮਲਟੀਪਲਾਈ v ਹੋਵੇ, ਅਸੀਂ ਕੀ ਕਰਨਾ ਹੈ, ਇੱਕ ਫੰਕਸ਼ਨ ਨੂੰ ਅਸੀਂ ਬਾਹਰ ਲਿਖ ਦੇਣਾ ਹੈ, ਡਿਫਰੈਂਸ਼ੀਏਸ਼ਨ ਦੂਸਰੇ ਦੀ ਕਰ ਦੇਣੀ ਆ, ਪਲੱਸ ਇਹਦੀ ਡਿਫਰੈਂਸ਼ੀਏਸ਼ਨ ਕਰਤੀ, ਇਹਨੂੰ ਹੁਣ ਬਾਹਰ ਲਿਖ ਦੇਣਾ ਹੈ ਤੇ ਡਿਫਰੈਂਸ਼ੀਏਸ਼ਨ ਜਿਹੜੀ ਹੈ ਸਾਡੀ ਆ ਜਾਏਗੀ u ਦੀ। ਕਹਿਣ ਦਾ ਮਤਲਬ ਦੋਨਾਂ ਵਿੱਚੋਂ ਇੱਕ ਨੂੰ ਬਾਹਰ, ਡਿਫਰੈਂਸ਼ੀਏਸ਼ਨ ਦੂਸਰੇ ਦੀ, ਪਲੱਸ ਫਿਰ ਇਹਨੂੰ ਬਾਹਰ ਕੱਢ ਦਿਓ ਤੇ ਇਹਦੀ ਤੁਸੀਂ ਜਿਹੜੀ ਹੈ ਡਿਫਰੈਂਸ਼ੀਏਸ਼ਨ ਕਰ ਦੇਣੀ ਹੈ। ਇਹ ਫਾਰਮੂਲਾ ਮੋਸਟ ਇੰਪੋਰਟੈਂਟ ਹੈ। ਇਹਨੂੰ ਅਸੀਂ ਕਿਸ ਤਰ੍ਹਾਂ ਹੱਲ ਕਰਦੇ ਹਾਂ, ਆਓ ਇਹਦੀ ਵੀ ਜਿਹੜੀ ਹੈ ਇੱਕ ਐਗਜ਼ਾਮਪਲ ਦੇਖਦੇ ਹਾਂ। ਨਾਓ ਸਪੋਜ਼ y equal to ਸਾਡੇ ਕੋਲ ਹੈ ਮੰਨ ਲਓ 5x ਦੀ ਪਾਵਰ 3। ਇਹ ਦੇਖੋ ਦੋ ਚੀਜ਼ਾਂ, ਇੱਕ ਕਾਂਸਟੈਂਟ ਫੰਕਸ਼ਨ ਤੇ ਇੱਕ ਸਾਡੇ ਕੋਲ ਹੈ ਸੈਕੰਡ ਕੋਈ ਵੇਰੀਏਬਲ ਲੱਗਾ ਹੈ। ਵੈਸੇ ਤੇ ਪਿੱਛੇ ਆਪਾਂ ਡਿਸਕਸ ਕੀਤਾ ਹੈ ਕਿ ਕਾਂਸਟੈਂਟ ਹੋਵੇ ਉਹਨੂੰ ਡਿਫਰੈਂਸ਼ੀਏਸ਼ਨ ਚੋਂ ਬਾਹਰ ਕੱਢ ਦੇਣਾ ਹੈ। ਜੇ ਤੇ ਅਸੀਂ ਪਿਛਲਾ ਫਾਰਮੂਲਾ ਲਗਾਈਏ ਤੇ ਸਾਡੇ ਕੋਲ ਫਾਰਮੂਲਾ ਦਾ ਆਨਸਰ ਕੀ ਆਏਗਾ, ddx of 5x ਦੀ ਕਿਊਬ ਤੇ ਕਾਂਸਟੈਂਟ ਨੂੰ ਵਿੱਚੋਂ ਅਸੀਂ ਬਾਹਰ ਕੱਢ ਦਿੰਦੇ ਆ
ਤੇ ਸਾਡੇ ਕੋਲ ਇਹਦਾ ਆਨਸਰ ਆਏਗਾ x ਦੀ ਕਿਊਬ ਤੇ ਇਹਨੂੰ ਜੇਕਰ ਤੁਸੀਂ ਫਰਦਰ ਸੋਲਵ ਕਰੋਗੇ ਤੇ ਸਾਡੇ ਕੋਲ ਕੀ ਆਏਗਾ ਪਾਵਰ ਨੀਚੇ ਆ ਜਾਏਗੀ ਤੇ ਪਾਵਰ ਵਿੱਚੋਂ ਇੱਕ ਮਾਈਨਸ ਹੋ ਜਾਏਗਾ ਇਟ ਵਿਲ ਬੀ 15x ਸਕੁਅਰ। ਇਹ ਸਾਡੇ ਕੋਲ ਆਨਸਰ ਆਏਗਾ ਜੇਕਰ ਅਸੀਂ ਕਾਂਸਟੈਂਟ ਨੂੰ ਪਹਿਲਾਂ ਹੀ ਬਾਹਰ ਕੱਢ ਦਈਏ। ਤੇ ਜੇ ਅਸੀਂ u v ਦਾ ਫਾਰਮੂਲਾ ਲਗਾਈਏ ਇੱਥੇ ਜਿਹੜਾ ਹੁਣੇ ਆਪਾਂ ਸਟੱਡੀ ਕੀਤਾ ਹੈ, ਇੱਧਰ ਦੇਖੋ ਧਿਆਨ ਨਾਲ y 5x ਦੀ ਕਿਊਬ। ਜੇ ਇਹਨੂੰ ਅਸੀਂ ਸੋਲਵ ਕਰਨਾ ਹੈ u v ਤੇ ਆਪਾਂ ਕਿਸ ਤਰ੍ਹਾਂ ਸੋਲਵ ਕਰਨਾ ਹੈ, ਪਹਿਲਾਂ ਬਾਹਰ ਕੱਢਦਾ 5 u ਬਾਹਰ ਆ ਗਿਆ। ਫਾਰਮੂਲਾ ਕੀ ਸੀ ਸਾਡਾ ਦੇਖੋ ਇੱਥੇ ਮੈਂ ਦੁਬਾਰਾ ਲਿਖ ਦੇਣਾ ਹੈ ਕੀ ਫਾਰਮੂਲਾ ਸੀ u ਬਾਰ dv by dx ਫਿਰ v ਬਾਰ ਤੇ du by dx। ਨਾਓ 5 ਬਾਹਰ ਆ ਗਿਆ ਤੇ ਡਿਫਰੈਂਸ਼ੀਏਸ਼ਨ ਅਸੀਂ ਕਰਾਂਗੇ x ਕਿਊਬ ਦੀ, ਇੱਕ ਬਾਹਰ ਕੱਢਤਾ ਇਹ ਸਾਡਾ u ਆ ਸਾਡਾ v, u ਬਾਹਰ ਕੱਢਿਆ ਡਿਫਰੈਂਸ਼ੀਏਸ਼ਨ x ਕਿਊਬ ਦੀ, ਅੱਗੇ ਕਿਹੜਾ ਸਾਈਨ ਪਾਣਾ ਹੈ ਪਲੱਸ। ਹੁਣ ਅਸੀਂ x ਕਿਊਬ ਨੂੰ ਬਾਹਰ ਕੱਢ ਦਿੱਤਾ ਤੇ ਡਿਫਰੈਂਸ਼ੀਏਸ਼ਨ ਸਾਡੇ ਕੋਲ ਆਏਗੀ 5 ਦੀ ਡਿਫਰੈਂਸ਼ੀਏਸ਼ਨ ਆ ਗਈ। ਨਾਓ ਹਾਊ ਟੂ ਸੋਲਵ, ਦਿਸ ਇਜ਼ 5 ਇਹਦੀ ਕਿੰਨਾ ਆਨਸਰ ਆਏਗਾ ddx of x ਦੀ ਕਿਊਬ it will be 3x square। आप सोचो क्यों आया, पावर वाला फॉर्मूला नीचे आ गया 3 प्लस कि इथे भी इस तरह कर दिए। कई स्टूडेंट्स की करते ने इथे पावर नीचे तारी स्केयर करता, इथे भी करता। बेटा इनू नहीं करना क्योंकि यह डिफरेंशिएशन तो बाहर आ गया, सिर्फ डिफरेंशिएशन एदी करनी है। जिस तरह एदी नहीं की थी एदी भी नहीं करनी, जो ddx तो अगे होएगा सिर्फ ओदी डिफरेंशिएशन करनी है। एज इट इज रह गया। नाउ व्हाट इज आर ddx ऑफ 5? 5 इज ए कांस्टेंट ਤੇ ਕਾਂਸਟੈਂਟ ਦੀ ਡਿਫਰੈਂਸ਼ੀਏਸ਼ਨ ਕਿੰਨੀ ਹੁੰਦੀ ਹੈ 0 ਤੇ ਜਦੋਂ 0 ਨੂੰ ਇਹਦੇ ਨਾਲ ਮਲਟੀਪਲਾਈ ਕਰ ਦੋਗੇ ਤੇ ਸਾਰਾ 0 ਤੇ ਇਹ ਆ ਗਿਆ ਸਾਡੇ ਕੋਲ 15x ਸਕੁਅਰ ਤੇ ਪਲੱਸ 0 ਤੇ ਪਲੱਸ 0 ਲਿਖਣ ਦੀ ਜ਼ਰੂਰਤ ਨਹੀਂ, ਤਾਂ ਸਾਡਾ ਆਨਸਰ ਦੇਖੋ ਸੇਮ ਆਇਆ। ਤਦੇ ਅਸੀਂ ਕਹਿੰਦੇ ਆ ਕਿ ਕਾਂਸਟੈਂਟ ਲੱਗਾ ਹੋਵੇ ਤੇ ਉਹਨੂੰ ਬਾਹਰ ਕੱਢ ਦੋ ਕਿਉਂਕਿ ਕਾਂਸਟੈਂਟ ਦੀ ਫਰਦਰ ਡਿਫਰੈਂਸ਼ੀਏਸ਼ਨ ਸਾਡੀ ਜਿਹੜੀ ਹੈ ਉਹ 0 ਹੋ ਜਾਂਦੀ ਹੈ। ਇਹ ਗੱਲ ਦਾ ਧਿਆਨ ਰੱਖਣਾ ਹੈ। ਨਾਓ ਦਿਸ ਇਜ਼ ਦਾ solution for u multiply by v। now एक फॉर्मूला है साडे कोल हुण डिवीजन वाला फॉर्मूला, ओनू जरा ध्यान नाल देखो। if y equal to u over v, जेकर साडे कोल y दी वैल्यू u divided by v आ गई, then how to solve? we want to calculate dy by dx ਤੇ किस तरह निकालेंगे? सब नालों पहला याद करना है एक ओवर बना के नीचे वाला जिहड़ा फंक्शन है जो नीचे डिनोमिनेटर है ओदा स्केयर कर देना है। यह ध्यान रखना है। यह फॉर्मूले ने +2 ਦੇ ਵਿੱਚ ਇਹਨਾਂ ਦੇ ਤੁਸੀਂ ਪ੍ਰੂਫ ਜਿਹੜੇ ਨੇ ਤੁਸੀਂ मैथमेटिक्स ਚ पढ़ोगे। जस्ट वी आर डिस्कसिंग हाउ टू अप्लाई द डिफरेंशिएशन फॉर u over v। नीचे वाले ਦਾ स्केयर कर दो, उस तो बाद नीचे वाला पहला लिखना है v, नीचे वाले का स्केयर करके नीचे वाले ਨੂੰ पहला लिखना है, बाद विचों डिफरेंशिएशन करनी है u दी, मतलब v ਨੂੰ पहला बाहर रखना है। ਜਿਹੜਾ u मल्टीप्लाई वाला सी जिन्नू मर्जी पहला बाहर रखो। इत्थे की करना है डिवाइड वाले विच थल्ले स्केयर करके जो थल्ले आ ਉਹਨੂੰ पहला बाहर रखना है। उस तो बाद डिफरेंशिएशन ਤੁਹਾਡੀ ਆ ਜਾਏਗੀ u ਦੀ, ਅੱਗੇ ਸਾਈਨ ਆਣਾ ਜੇ ਮਾਈਨਸ ਦਾ ਤੇ ਜਿਹੜਾ u ਮਲਟੀਪਲਾਈ ਵਾਲਾ ਫਾਰਮੂਲਾ ਸੀ ਉਹ ਚ ਪਲੱਸ ਦਾ ਸਾਈਨ ਆਉਂਦਾ ਹੈ। ਫਿਰ ਉਲਟ ਕਰ ਦੋ, u ਨੂੰ ਬਾਹਰ ਕੱਢ ਦੋ ਤੇ ਡਿਫਰੈਂਸ਼ੀਏਸ਼ਨ ਜਿਹੜੀ ਅਸੀਂ ਕਰ ਦਾਂਗੇ v ਦੀ। ਨਾਓ v du by dx minus u dv by dx divided by ਨੀਚੇ ਸਾਡੇ ਕੋਲ ਆਏਗਾ v ਸਕੁਅਰ। ਇਹ ਸੀਗੇ ਸਾਡੇ ਮੇਨ ਫਾਰਮੂਲੇ ਜਿਹੜੇ ਸਾਡੇ ਡਿਫਰੈਂਸ਼ੀਏਸ਼ਨ ਦੇ ਰਿਲੇਟਡ ਸੀਗੇ, ਜਿਨ੍ਹਾਂ ਨੂੰ ਤੁਸੀਂ ਜਿਹੜਾ ਹੈ ਇਹਨਾਂ ਨੂੰ ਯਾਦ ਵੀ ਰੱਖਣਾ ਹੈ। ਤੇ ਆਓ ਕੁਝ ਹੋਰ ਫਾਰਮੂਲੇ ਨੇ ਟ੍ਰਿਗਨੋਮੈਟਰੀ ਦੇ, ਲੌਗਰਿਥਮਿਕ ਦੇ, ਉਹਨਾਂ ਦੀ ਡਿਫਰੈਂਸ਼ੀਏਸ਼ਨ ਵੀ ਜਿਹੜੀ ਹੈ ਆਪਾਂ ਆਓ ਸਟੱਡੀ ਕਰਦੇ ਹਾਂ। ਉਸ ਤੋਂ ਬਾਅਦ ਇਹਦੇ ਰਿਲੇਟਡ ਜਿਹੜੇ ਆਪਾਂ ਸਮ ਜਿਹੜੇ ਆਪਾਂ ਸੋਲਵ ਕਰਾਂਗੇ। ਨਾਓ ਇਹ ਨਾਲ ਦੇ ਨਾਲ ਬੇਟਾ ਨੋਟ ਕਰੀ ਜਾਓ।
नाउ इफ y इज इक्वल टू sin x, जेकर साडे कोल y दी वैल्यू sin x है, पहला तो दसो y दी वैल्यू कदों चेंज होएगी? y दी वैल्यू उदों चेंज होएगी जदों x चेंज होएगा। जे x चेंज होएगा तो sin x दी वैल्यू चेंज होएगी। इथे थीटा भी लग सकता है। जे इथे थीटा है देन मान लो इथे थीटा है, फिर असी dy बाय डी थीटा निकालना है क्योंकि y ने थीटे के अकॉर्डिंग चेंज होना है। जे मान लो इथे t है देन वी विल फाइंड आउट dy बाय dt। जे मान लो इथे तुहाडे कोल x है देन वी विल फाइंड आउट dy बाय dx। नाउ इनू कंफ्यूज नहीं करना। मान लो मैं तुहानू इस तरह की इक्वेशन दे दी, मैं कहां फाइंड dy बाय dx, तुसी कहना सारा ते गलत है। क्यों गलत है? क्योंकि y की वैल्यू t के अकॉर्डिंग चेंज होएगी। ਇਹਦਾ मतलब इथे dy बाय dx नहीं निकालना, इथे निकालांगे dy बाय dt, चेंज इन y ड्यू टू चेंज इन t। इथों देखना केड़ा वेरिएबल है ओदे अकॉर्डिंग नीचे आना है। हुण आपे सोचो इथे फार्मूला केड़ा लगेगा, विच प्लस दा साइन आ रहा है, ਇਹਦਾ मतलब आ वाला हो गया u ते आ वाला जेड़ा हो गया साडे कोल v। u प्लस v वाला फार्मूला ਇਹਦੀ ਵੱਖਰੀ डिफरेंशिएशन करांगे, ਇਹਦੀ ਅਸੀਂ ਵੱਖਰੀ डिफरेंशिएशन करांगे। आओ ਇਹਦੇ ਸਾਹਮਣੇ ਅਸੀਂ ਬਾਅਦ ਚੋਂ ਕਰਦੇ ਹਾਂ। ਪਹਿਲਾਂ ਇਹਨੂੰ ਦੇਖਦੇ ਹਾਂ। y = sin x, then dy by dx will be equal to, ਕੀ ਕਰੋਗੇ? ਪਹਿਲਾਂ ਤੇ ਇੰਜ ਹੀ ਲਿਖਣਾ ਹੈ, y ਦੀ ਜਗ੍ਹਾ ਦੇ ਉੱਤੇ ਪਹਿਲਾ ਸਟੈਪ y ਦੀ ਜਗ੍ਹਾ ਤੇ ਵੈਲਿਊ ਭਰੋ, sin x ਭਰ ਦਿੱਤਾ। ਉਸ ਤੋਂ ਬਾਅਦ ਇਹ ਯਾਦ ਰੱਖਣਾ ਹੈ ਕਿ डिफरेंशिएशन ऑफ sin x, ddx of sin x कितना होता है? cos x। ਇਹ याद रखना है ddx of sin x it is equal to cos x। now दूसरा, in case y ਦੀ वैल्यू cos x ਹੋਵੇ, ਇਹ ਸੈਕੰਡ वन है। ਜੇ y ਦੀ वैल्यू cos x है ਤੇ ਇੱਥੇ ਤੁਸੀਂ cos ਭਰੋਗੇ ਤੇ ਇਹਦਾ ਜਿਹੜਾ ਆਨਸਰ ਤੁਹਾਡੇ ਕੋਲ ਆਏਗਾ, ਇਹਨੂੰ ਯਾਦ ਰੱਖਣਾ ਹੈ -sin x। जे cos x है ओदी डिफरेंशिएशन -sin x, ते जे sin x है स्टार्टिंग ते ओदे डिफरेंशिएशन cos। sin दी cos ते cos दी जेड़ी है ध्यान रखना है आएगी ते sin, बट नाल जेड़ा है sin हैगा साडे कोल माइनस आ, इनू जेड़ा है ऑलवेज कीप इन माइंड। उस तो बाद साडे कोल जेकर साडे कोल y दी वैल्यू होवे मान लो tan x, देन ddx ऑफ tan x, ਇਹ ਕਿੰਨੀ ਆਏਗੀ? tan x ਦੀ डिफरेंशिएशन करनी है ਤੇ ਇਹਨੂੰ याद कर लो, it will be equal to secant square x। what is the differentiation of tan x? it is equal to secant square x। now ਇਸ ਤੋਂ ਬਾਅਦ ਜਿਹੜਾ ਨੈਕਸਟ ਹੈ, मैं बहुते ज्यादा फॉर्मूले नहीं लिखांगा, y is equal to log x टू द बेस e। मान लो साडे कोल लॉगरिथमिक फंक्शन है log x, उदों एदी जेड़ी है डिफरेंशिएशन कितनी आएगी? इट इज इक्वल टू 1/x। log x दी डिफरेंशिएशन जेड़ी साडे कोल आएगी 1/x। ਇਹ तकरीबन यूज होंदी है, इस करके मैं करवा रहा। व्हाट इज द डिफरेंशिएशन ऑफ log x? it is 1/x। and the last one is exponential x, e ਦੀ ਪਾਵਰ x ਹੋਵੇ, ਇਹਦੀ ਅਸੀਂ ਜੇ ਡਿਫਰੈਂਸ਼ੀਏਸ਼ਨ ਕਰੀਏ ddx of e ਦੀ ਪਾਵਰ x, ਇਹਦਾ ਆਨਸਰ ਵੀ ਜਿਹੜਾ ਹੈ ਸਾਡੇ ਕੋਲ e ਦੀ ਪਾਵਰ x ਹੀ ਆਏਗੀ। ਜਿੰਨਾ ਫੰਕਸ਼ਨ ਹੈ ओनी ही विच जेड़ी ओदे विच चेंज आएगी e raised to power x। all these are the some important formulas। इस तो अलावा होर भी ने, उन्हां नूं असीं हले नहीं करना, जिन्नी क सानू लोड़ है ओदे रिलेटेड जेड़े पहला आओ असीं सम्स नूं जेड़ा है सॉल्व करन दी कोशिश करते हैं। नाउ सब नाल पहला तो असीं रिपीट कर लीए, डिफरेंशिएशन ऑफ x दी पावर n, पावर वाला फॉर्मूला, पावर नीचे पावर विचों 1 माइनस। व्हाट इज द डिफरेंशिएशन ऑफ कांस्टेंट? कांस्टेंट की डिफरेंशिएशन 0। व्हाट इज द डिफरेंशिएशन ऑफ कांस्टेंट इनटू फंक्शन? की करोगे? कांस्टेंट नु विचों डिफरेंशिएशन दे बाहर कढ दोगे
ਅੱਗੇ ਤੁਸੀਂ ਡਿਫਰੈਂਸ਼ੀਏਸ਼ਨ ਕਰ ਦੋਗੇ। ਤੇ ਜੇ ਸਾਡੇ ਕੋਲ u ਪਲੱਸ v ਪਲੱਸ w ਹੋਵੇ, u ਦੀ ਵੱਖਰੀ, v ਦੀ ਵੱਖਰੀ, w ਦੀ ਵੱਖਰੀ ਡਿਫਰੈਂਸ਼ੀਏਸ਼ਨ ਕਰਨੀ ਹੈ। ਤੇ ਜੇ u ਮਲਟੀਪਲਾਈ ਬਾਈ v ਹੋਏ ਫਿਰ ਕੀ ਕਰਨਾ ਹੈ, u ਨੂੰ ਬਾਹਰ ਰੱਖੋ, ਡਿਫਰੈਂਸ਼ੀਏਸ਼ਨ v ਦੀ, ਫਿਰ ਪਲੱਸ v ਨੂੰ ਬਾਹਰ ਰੱਖੋ, ਫਿਰ u ਦੀ ਡਿਫਰੈਂਸ਼ੀਏਸ਼ਨ ਕਰ ਦਿਓ। ਇਸੇ ਤਰੀਕੇ ਨਾਲ ਸਾਡਾ ਇੱਕ ਡਿਵਾਈਡ ਵਾਲਾ ਫਾਰਮੂਲਾ ਹੈ, ਨੀਚੇ ਡਿਨੋਮੀਨੇਟਰ ਦਾ ਸਕੁਅਰ ਕਰਨਾ ਹੈ, ਇਹ ਤੁਸੀਂ ਨੋਟ ਕਰ ਲੈਣੇ। ਆਓ ਇਹਨੂੰ ਅਸੀਂ ਪਹਿਲਾ ਸਮ ਜਿਹੜਾ ਹੈ ਅਸੀਂ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਨਾਓ ਸਪੋਜ਼ y equal to 4x ਦੀ ਕਿਊਬ plus 6 plus 10x। ਮੰਨ ਲਓ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਫੰਕਸ਼ਨ ਦਿੱਤਾ ਹੈ। ਸਭ ਨਾਲ ਪਹਿਲਾਂ ਪਹਿਚਾਨੋ ਕਿ ਇਹ ਸਮ ਕਿਹਦੇ ਨਾਲ ਰਿਲੇਟਡ ਹੈ। ਕੀ ਇਹਦੇ ਵਿੱਚ ਮਲਟੀਪਲਾਈ ਵਾਲਾ ਫਾਰਮੂਲਾ ਲੱਗੇਗਾ, ਕੀ ਇਹਦੇ ਵਿੱਚ ਡਿਵਾਈਡ ਵਾਲਾ ਲੱਗੇਗਾ, ਕੀ ਇਹਦੇ ਵਿੱਚ ਸਮ ਵਾਲਾ ਫਾਰਮੂਲਾ ਲੱਗੇਗਾ। ਨਾਓ ਇਹ ਸਾਡੇ ਕੋਲ ਇੱਕ ਫੰਕਸ਼ਨ, ਇਹਨੂੰ u ਮੰਨ ਲਓ, ਇਹ ਦੂਜਾ ਇਹ v, ਇਹ ਤੀਸਰਾ ਇਹ ਸਾਡੇ ਕੋਲ w, u plus v plus w। then how to solve, ਇਹਨੂੰ ਸੋਲਵ ਕਿਸ ਤਰ੍ਹਾਂ ਕੀਤਾ ਸੀ, ਅਸੀਂ ਡਿਫਰੈਂਸ਼ੀਏਸ਼ਨ ਕਰਾਂਗੇ d by dx। x ਕਿਉਂ ਲਗਾਇਆ, ਕਿਉਂਕਿ y ਦੀ ਵੈਲਿਊ x ਦੇ ਅਕੋਰਡਿੰਗ ਜਿਹੜੀ ਹੈ ਉਹ ਚੇਂਜ ਹੋ ਰਹੀ ਹੈ। ਨਾਓ dy by dx ਕੀ ਕਰਾਂਗੇ, ਸਾਰਿਆਂ ਦੀ ਵੱਖਰੀ ਵੱਖਰੀ ਡਿਫਰੈਂਸ਼ੀਏਸ਼ਨ ਕਰ ਦਾਂਗੇ। ਨਾਓ 4x ਦੀ ਕਿਊਬ ਦੀ ਵੱਖਰੀ ਆ ਗਈ, ddx of 6 ਦੀ ਵੱਖਰੀ ਕਰ ਦਿੱਤੀ, ਤੇ ਨਾਓ ddx of ਸਾਡੇ ਕੋਲ ਆ ਗਿਆ 10x, ਇਹਦੀ ਡਿਫਰੈਂਸ਼ੀਏਸ਼ਨ ਜਿਹੜੀ ਅਸੀਂ ਵੱਖਰੀ ਕਰ ਦਾਂਗੇ। ਨਾਓ ਪਲੀਜ਼ ਟੈਲ ਇਹ ਫਾਰਮੂਲਾ ਕਿਹਦੇ ਨਾਲ ਮਿਲਦਾ ਹੈ, ਆਪੇ ਧਿਆਨ ਨਾਲ ਸੋਚੋ, ਦਿਮਾਗ ਲਗਾਓ, ਸਮਝੋ, ਕਿਉਂਕਿ ਜਿੰਨੀ ਦੇਰ ਤੱਕ ਸਾਨੂੰ ਪਛਾਣ ਨਹੀਂ ਹੋਏਗੀ ਅਸੀਂ ਸਮ ਨੂੰ ਹੱਲ ਨਹੀਂ ਕਰ ਪਾਵਾਂਗੇ। ਇਹ ਫਾਰਮੂਲਾ ਕਿਹਦੇ ਨਾਲ ਮਿਲਦਾ ਹੈ, ਇੱਕ ਕਾਂਸਟੈਂਟ ਲੱਗਾ ਹੈ, ਇੱਕ ਵੇਰੀਏਬਲ ਲੱਗਾ ਹੈ, ਤੇ ਕੀ ਕੀਤਾ ਸੀ ਅਸੀਂ, ਕਾਂਸਟੈਂਟ ਨੂੰ ਡਿਫਰੈਂਸ਼ੀਏਸ਼ਨ ਚੋਂ ਬਾਹਰ ਕੱਢ ਦਿੱਤਾ ਹੈ, ਤੇ ਸਾਡੇ ਕੋਲ ਕੱਲਾ ਰਹਿ ਗਿਆ dx of x ਦੀ ਕਿਊਬ। ਕਾਂਸਟੈਂਟ ਨੂੰ ਡਿਫਰੈਂਸ਼ੀਏਸ਼ਨ ਚੋਂ ਬਾਹਰ ਕੱਢ ਦੇਣਾ, ਇਹਨੂੰ ਯਾਦ ਰੱਖਿਓ, ਇਹਨੇ ਬਾਰ-ਬਾਰ ਆਣਾ ਹੈ। ਨਾਓ ddx of 6 ਇਹ ਤੇ ਕੱਲਾ ਹੀ ਕਾਂਸਟੈਂਟ ਹੈ, ਤੇ ਕਾਂਸਟੈਂਟ ਦੀ ਜਿਹੜੀ ਹੈ ਡਿਫਰੈਂਸ਼ੀਏਸ਼ਨ ਸਾਡੇ ਕੋਲ ਕਿੰਨੀ ਹੁੰਦੀ ਹੈ, ਇਟ ਇਜ਼ 0 ਪਲੱਸ ਇਹ ਫਾਰਮੂਲਾ ਹੁਣੇ ਪੜਿਆ, what is the differentiation of tan x, tan x ਦੀ ਡਿਫਰੈਂਸ਼ੀਏਸ਼ਨ it will be secant square x। ਜਦੋਂ ਤੁਸੀਂ ਫਾਰਮੂਲਾ ਲਗਾਉਂਦੇ ਜੇ ਫਿਰ ਆ ਨਹੀਂ ਲਿਖਣੇ, ddx ਨਹੀਂ ਲਿਖਣਾ, ਕਿਉਂਕਿ ਇਹ ਸਾਰੇ ਦੀ ਡਿਫਰੈਂਸ਼ੀਏਸ਼ਨ ਕੱਢ ਕੇ ਹੀ ਸਾਡੇ ਕੋਲ ਆਨਸਰ ਆਇਆ secant square x। ਨਾਓ what to do, this is 4 multiply, ਹੁਣ ਕਿਹੜਾ ਫਾਰਮੂਲਾ ਲੱਗੇਗਾ, ਸਾਡੇ ਕੋਲ ਲੱਗੇਗਾ ਪਾਵਰ ਵਾਲਾ ਫਾਰਮੂਲਾ ਨੰਬਰ 1। ਪਾਵਰ ਨੂੰ ਅਸੀਂ ਨੀਚੇ ਤਾਰ ਲਿਆ, ਪਾਵਰ ਵਿੱਚੋਂ 1 ਮਾਈਨਸ, 0 ਲਿਖਣ ਦੀ ਲੋੜ ਨਹੀਂ, ਸਾਡੇ ਕੋਲ ਆ ਜਾਏਗਾ ਪਲੱਸ, ਅੱਗੇ ਆ ਜਾਏਗਾ ਵੀ secant square x। ਨਾਓ we get 4 into 3 it will become 12, ਨਾਲ ਆ ਗਿਆ ਸਾਡੇ ਕੋਲ x square ਪਲੱਸ ਸਾਡੇ ਕੋਲ ਆ ਗਿਆ secant square x। this is the final result of the differentiation of y is equal to this function। now I think ਤੁਹਾਨੂੰ ਜਿਹੜਾ ਹੈ ਇਹ ਐਗਜ਼ਾਮਪਲ ਕਲੀਅਰ ਹੋ ਗਈ। now come to next problem। ਇਸ ਤੋਂ ਜਿਹੜੀ ਹੈ ਅਗਲੀ ਪ੍ਰੋਬਲਮ ਅਸੀਂ ਜਿਹੜੀ ਹੈ ਕਿਸ ਤਰ੍ਹਾਂ ਫਾਈਂਡ ਆਊਟ ਕਰਨੀ ਹੈ। ਮੰਨ ਲਓ ਸਾਡੇ ਕੋਲ x ਹੈ, ਕੋਈ ਫੰਕਸ਼ਨ s ਹੈ, it is equal to 4t plus 7। ਮੰਨ ਲਓ ਸਾਡੇ ਕੋਲ s is equal to 4t plus 7 ਹੈ। now here s is the displacement, ਮੰਨ ਲਓ s ਸਾਡੀ displacement ਹੈ, and t is the time, t time ਹੈ, s displacement, t ਸਾਡਾ time ਹੈ, ਮੈਂ ਇੱਥੇ ਲਿਖ ਦੇਣਾ ਹੈ s is the displacement and t is time। क्वेश्चन पूछा गया फाइंड, हाँ जी, वेलोसिटी निकालो। क्वेश्चन आ गया हाउ टू फाइंड वेलोसिटी। वेलोसिटी किस तरह फाइंड आउट करोगे। नाउ डिस्प्लेसमेंट ते टाइम दे विच एक रिलेशन दिता है, ध्यान नाल देखना है, बड़ा इंपॉर्टेंट है। डिस्प्लेसमेंट ते टाइम दे विच तानू एक रिलेशन देता। डिस्प्लेसमेंट टाइम के अकॉर्डिंग चेंज हो रही है, जे टाइम नू असी 0 करोगे तो डिस्प्लेसमेंट 7 आएगी,
ਜੇ ਟਾਈਮ ਨੂੰ 1 ਸੈਕਿੰਡ ਭਰੋਗੇ ਤੇ 4 into 1 4 plus 7 11 ਹੋ ਜਾਏਗੀ। ਕਹਿਣ ਦਾ ਮਤਲਬ ਡਿਸਪਲੇਸਮੈਂਟ ਟਾਈਮ ਦੇ ਅਕੋਰਡਿੰਗ ਚੇਂਜ ਹੋ ਰਹੀ ਹੈ। ਤੇ ਕੱਲ ਅਸੀਂ ਫਸਟ ਲੈਕਚਰ ਦੇ ਵਿੱਚ ਕੀ ਸਟੱਡੀ ਕੀਤਾ ਸੀ ਕਿ ਵੈਲੋਸਿਟੀ ਨਿਕਾਲਣੀ ਹੈ v, ਤੇ v ਕਿਸ ਤਰ੍ਹਾਂ ਨਿਕਾਲਦੇ ਆ, ds by dt, change in displacement due to change in time, ds by dt। ਕੱਲ ਅਸੀਂ ਇਸ ਤਰ੍ਹਾਂ ਫਾਰਮੂਲਾ ਲਿਖਿਆ ਸੀ dx by dt, instantaneous velocity, small change in displacement due to small change in time। इथे x ਦੀ ਜਗ੍ਹਾ ਤੇ ਸਾਡੇ ਕੋਲ s ਹੈ। now what is the formula for velocity, ds by dt। ਇਹਦੀ ਅਸੀਂ ਡਿਫਰੈਂਸ਼ੀਏਸ਼ਨ ਕਰ ਦਾਂਗੇ। now ਅੱਗੇ ਵੈਲਿਊ ਕਰ ਦੋ, d by dt, s ਦੀ ਜਿਹੜੀ ਵੈਲਿਊ ਹੈ 4t plus 7 ਪੁੱਟ ਕਰ ਦਿੱਤੀਗੀ। ਬੇਟਾ ਇਹ ਐਪਲੀਕੇਸ਼ਨ ਹੈ ਕਿ ਕਿੱਥੇ ਡਿਫਰੈਂਸ਼ੀਏਸ਼ਨ ਦੇਖੋ ਅਸੀਂ ਯੂਜ਼ ਕਰ ਰਹੇ ਹਾਂ। ਸਾਨੂੰ ਡਿਸਪਲੇਸਮੈਂਟ ਦਿੱਤੀ ਹੈ, ਟਾਈਮ ਦਿੱਤਾ, ਉਹਨਾਂ ਚ ਇੱਕ ਰਿਲੇਸ਼ਨ ਦਿੱਤਾ, ਤੇ ਸਾਨੂੰ ਕਿਹਾ ਗਿਆ ਵੈਲੋਸਿਟੀ ਫਾਈਂਡ ਕਰੋ। ਤੇ ਸਾਨੂੰ ਪਤਾ ਹੈ ਵੈਲੋਸਿਟੀ ਦਾ ਫਾਰਮੂਲਾ ਡਿਸਪਲੇਸਮੈਂਟ ਡਿਵਾਈਡਡ ਬਾਈ ਟਾਈਮ, ds by dt, small change in displacement due to small change in time। ਅਸੀਂ s ਦੀ ਵੈਲਿਊ ਵਿੱਚ ਪੁੱਟ ਕਰ ਦਿੱਤੀ। ਤੇ ਇੱਥੇ ਫਾਰਮੂਲਾ ਕਿਹੜਾ ਲੱਗੇਗਾ ਸੋਚੋ, ਇਹਦੀ ਵੱਖਰੀ ਡਿਫਰੈਂਸ਼ੀਏਸ਼ਨ ਕਰ ਦੋ, ਸੈਕੰਡ ਪਾਰਟ ਦੀ ਜਿਹੜੀ ਹੈ ਅਸੀਂ ਡਿਫਰੈਂਸ਼ੀਏਸ਼ਨ ਹੁਣ ਅਸੀਂ ਵੱਖਰੀ ਕਰ ਦਾਂਗੇ। ਤੇ ਸਾਡੇ ਕੋਲ v ਦੀ ਵੈਲਿਊ ਕਿੰਨੀ ਆਏਗੀ, d by dt of 4t plus d by dt of ਸਾਡੇ ਕੋਲ ਆ ਜਾਏਗਾ 7। 4t ਦੀ ਡਿਫਰੈਂਸ਼ੀਏਸ਼ਨ ਅਸੀਂ ਵੱਖਰੀ ਕਰ ਦਿੱਤੀ ਹੈ, ਤੇ ਵਿੱਚ ਜਿਹੜਾ ਸਾਡਾ 7 ਸੀਗਾ ਉਹਦੀ ਡਿਫਰੈਂਸ਼ੀਏਸ਼ਨ ਅਸੀਂ ਵੱਖਰੀ ਕਰ ਦਿੱਤੀ। ਨਾਓ ਹਾਊ ਟੂ ਸੋਲਵ ਦਿਸ, ਇਹਨੂੰ ਅਸੀਂ ਫਰਦਰ ਕਿਵੇਂ ਆਪਾਂ ਸੋਲਵ ਕਰਾਂਗੇ। ਦਿਸ ਇਜ਼ ਕਾਂਸਟੈਂਟ, ਇਹਨੂੰ ਤੇ ਪਹਿਲਾਂ ਡਿਫਰੈਂਸ਼ੀਏਸ਼ਨ ਚੋਂ ਬਾਹਰ ਲੈ ਕੇ ਅੰਦਰ ਆ ਗਿਆ dt by dt plus 0। ਹੁਣ ਸੋਚੋ 0 ਕਿਉਂ ਆਇਆ, ਕਿਉਂਕਿ ਕਾਂਸਟੈਂਟ ਦੀ ਡਿਫਰੈਂਸ਼ੀਏਸ਼ਨ ਕਿੰਨੀ ਹੁੰਦੀ ਹੈ 0। ਨਾਓ ਇਟ ਇਜ਼ ਇਕੁਅਲ ਟੂ 4 ਮਲਟੀਪਲਾਈ ਬਾਈ 1। ਇਹ ਕੱਲ ਵੀ ਡਿਸਕਸ ਕੀਤਾ ਸੀ, ਉੱਪਰ ਥੱਲੇ ਸੇਮ ਹੋਵੇ ਤੇ ਉਹਦੀ ਡਿਫਰੈਂਸ਼ੀਏਸ਼ਨ ਕਿੰਨੀ ਆਏਗੀ 1। ਨਾਓ ਇਟ ਇਜ਼ ਇਕੁਅਲ ਟੂ 4। ਨਾਓ ਦਿਸ ਇਜ਼ ਦਾ ਵੈਲਿਊ ਆਫ ਵੈਲੋਸਿਟੀ। ਜੋ ਇਹਦੇ ਯੂਨਿਟਸ ਹੋਣਗੇ ਉਹ ਅਸੀਂ ਮਗਰ ਪਾ ਦਾਂਗੇ। ਵੈਲੋਸਿਟੀ ਇਜ਼ ਇਕੁਅਲ ਟੂ 4 ਯੂਨਿਟਸ। ਇਹ ਵੈਲੋਸਿਟੀ ਦਾ ਜਿਹੜਾ ਹੈ ਸਾਡੇ ਕੋਲ ਮੈਗਨੀਟਿਊਡ ਅਸੀਂ ਨਿਕਾਲ ਸਕਦੇ। ਨਾਓ ਦਿਸ ਇਜ਼ ਅ ਐਗਜ਼ਾਮਪਲ ਪਲੱਸ ਐਪਲੀਕੇਸ਼ਨ ਸੀਗੀ ਸਾਡੇ ਕੋਲ ਵੈਲੋਸਿਟੀ ਨਿਕਾਲਣ ਵਾਸਤੇ, ਜੇਕਰ ਸਾਡੇ ਕੋਲ ਜਿਹੜੀ ਹੈ ਡਿਫਰੈਂਸ਼ੀਏਸ਼ਨ ਸਾਡੇ ਕੋਲ ਗਿਵਨ ਹੋਵੇ। ਨਾਓ ਕਮ ਟੂ ਨੈਕਸਟ ਪ੍ਰੋਬਲਮ। ਨਾਓ in the second problem, displacement time relation of the particle is given by, ਇਹ ਸਾਡੇ ਕੋਲ ਇੱਕ ਰਿਲੇਸ਼ਨ ਦਿੱਤਾ ਹੈ ਡਿਸਪਲੇਸਮੈਂਟ ਤੇ ਟਾਈਮ ਦੇ ਵਿੱਚ। ਡਿਸਪਲੇਸਮੈਂਟ ਟਾਈਮ ਦੇ ਅਕੋਰਡਿੰਗ ਜਿਹੜੀ ਹੈ ਉਹ ਚੇਂਜ ਹੋ ਰਹੀ ਹੈ, ਦੋਨਾਂ ਵਿੱਚ ਰਿਲੇਸ਼ਨ ਹੈ। ਨਾਓ ਕੁਐਸਚਨ ਕੀ ਹੈ, ਫਾਈਂਡ ਪੋਜੀਸ਼ਨ ਤੇ ਵੈਲੋਸਿਟੀ ਆਫ ਦਾ ਪਾਰਟੀਕਲ ਐਟ t is equal to 0। ਜਦੋਂ ਟਾਈਮ 0 ਹੈ ਉਦੋਂ ਇੱਕ ਤੇ ਇਹਦੀ ਪੋਜੀਸ਼ਨ ਦੱਸੋ ਕਿੱਥੇ ਹੋਏਗੀ ਬਾਡੀ, ਤੇ ਨਾਲ ਉਹਦੀ ਵੈਲੋਸਿਟੀ ਵੀ ਅਸੀਂ ਫਾਈਂਡ ਕਰਨੀ ਹੈ ਜਦੋਂ ਟਾਈਮ ਸਾਡਾ 0 ਹੈ। ਨਾਓ ਫਸਟ ਆਫ ਆਲ ਅਸੀਂ ਪਹਿਲਾਂ ਨਿਕਾਲਦੇ ਹਾਂ ਪੋਜੀਸ਼ਨ। ਨਾਓ ਪੋਜੀਸ਼ਨ ਆਫ ਪਾਰਟੀਕਲ ਐਟ t equal to 0। ਕੀ ਕਰੋਗੇ, s ਦੇ ਵਿੱਚ ਜਿੱਥੇ ਜਿੱਥੇ ਟਾਈਮ ਹੈ ਉੱਥੇ 0 ਭਰ ਦੋ, ਕਿਉਂਕਿ ਇਹ ਸਾਡੀ ਪੋਜੀਸ਼ਨ ਹੈ, ਡਿਸਪਲੇਸਮੈਂਟ ਰਿਪਰੈਜ਼ੈਂਟਸ ਦਾ ਪੋਜੀਸ਼ਨ। ਇੱਥੇ 0 ਭਰ ਦਾਂਗੇ, ਇਟ ਵਿਲ ਬੀ 20 ਪਲੱਸ ਇੱਥੇ ਜਦੋਂ 0 ਭਰੋਗੇ 0 minus 12 into 0। now it will be equal to 20 ਮਲਟੀਪਲਾਈ ਹੋ ਗਿਆ 0, ਸਿਰਫ ਤੇ ਸਿਰਫ ਸਾਡੇ ਕੋਲ ਆ ਗਈ ਇਹਨੇ ਯੂਨਿਟ ਜਿਹੜੀ ਹੈ ਸਾਡੀ ਡਿਸਪਲੇਸਮੈਂਟ ਆ ਗਈ। now it is 20 ਯੂਨਿਟ ਡਿਸਪਲੇਸਮੈਂਟ ਜਿਹੜੀ ਹੈ ਸਾਡੀ ਆਈ ਹੈ ਜਦੋਂ ਟਾਈਮ ਅਸੀਂ ਕਿੰਨਾ ਪੁੱਟ ਕਰਦੇ ਹਾਂ 0 ਸਟਾਰਟਿੰਗ ਦੇ ਉੱਤੇ। now we want to calculate also the velocity at time 0। ਪਹਿਲਾਂ ਦੱਸੋ velocity ਕਿਸ ਤਰ੍ਹਾਂ ਨਿਕਾਲਾਂਗੇ। now what is the formula of velocity? velocity is given by ds by dt, the
ਰੇਟ ਆਫ ਚੇਂਜ ਆਫ ਡਿਸਪਲੇਸਮੈਂਟ ਦੇ ਵਿੱਚ ਚੇਂਜ ਨਿਕਾਲਾਂਗੇ ਵਿਦ ਰਿਸਪੈਕਟ ਟੂ ਟਾਈਮ। ਨਾਓ s ਦੀ ਵੈਲਿਊ ਅਸੀਂ ਇੱਥੇ ਪੁੱਟ ਕਰ ਦਿੰਦੇ ਆ। ਨਾਓ ਇਟ ਇਜ਼ ਇਕੁਅਲ ਟੂ 20, ਇਹਦੀ ਵੱਖਰੀ ਡਿਫਰੈਂਸ਼ੀਏਸ਼ਨ ਪਲੱਸ d ਬਾਈ dt ਆਫ ਸਾਡੇ ਕੋਲ ਆ ਗਿਆ t ਦੀ ਕਿਊਬ ਮਾਈਨਸ d ਬਾਈ dt ਆਫ ਸਾਡੇ ਕੋਲ ਆ ਗਿਆ 12t। ਜਦੋਂ s ਦੀ ਵੈਲਿਊ ਪੁੱਟ ਕਰਨੀ ਹੈ ਤੇ ਅਸੀਂ ਪਿੱਛੇ ਫਾਰਮੂਲਾ ਪੜਿਆ u plus v plus w ਵਾਲਾ, ਸਾਰਿਆਂ ਦੀ ਵੱਖਰੀ ਵੱਖਰੀ ਜਿਹੜੀ ਆਪਾਂ ਡਿਫਰੈਂਸ਼ੀਏਸ਼ਨ ਕਰ ਦਿੱਤੀ ਹੈ। ਨਾਓ what is the differentiation of 20? 0, because 20 is a constant. Now how to solve this? ਪਾਵਰ ਨੂੰ ਨੀਚੇ ਤਾਰੋ ਤੇ ਪਾਵਰ ਦੇ ਵਿੱਚੋਂ ਜਿਹੜਾ ਹੈ ਇੱਕ ਅਸੀਂ ਮਾਈਨਸ ਕਰ ਦਿੱਤਾ। Now this is minus. Now how to solve? ਜਿਹੜਾ ਕਾਂਸਟੈਂਟ ਹੈ ਇਹਨੂੰ ਅਸੀਂ ਬਾਹਰ ਨਿਕਾਲ ਦਿੱਤਾ ਤੇ ਅੱਗੇ ਸਾਡੇ ਕੋਲ ਜਸਟ ਰਹਿ ਗਿਆ dt by dt, 12 ਬਾਹਰ ਆ ਗਿਆ ਤੇ ਬਾਕੀ ਰਹਿ ਗਿਆ dt by dt। dt by dt ਕਿੰਨਾ ਹੁੰਦਾ ਹੈ? ਸਾਡੇ ਕੋਲ ਆ ਗਈ ਵੈਲਿਊ 1 and we get just equal to 3t square minus 12 क्योंकि dt by dt 1 हो गया। Now this is the value of velocity, but we want to calculate velocity at time 0. Therefore velocity at t is equal to 0. Time 0 put करके velocity निकालो। Now velocity will be equal to 3 into 0 square minus 12. It will be equal to ਸਾਡੇ ਕੋਲ ਕਿੰਨੀ ਆਏਗੀ -12 ਤੇ ਜੋ ਇਹਦਾ ਯੂਨਿਟ ਹੋਏਗਾ ਗਿਵਨ ਉਹ ਅਸੀਂ ਮਗਰ ਲਗਾ ਦਾਂਗੇ। ਇਹ ਸਾਡੀ ਜਿਹੜੀ ਹੈ ਵੈਲਿਊ ਆ ਗਈ velocity ਦੀ which is equal to -12 ਯੂਨਿਟ। ਨਾਓ ਇੱਕ ਚੀਜ਼ ਨੋਟ ਕਰੋ, ਇਹ ਤਾਂ ਸਮ ਖਤਮ ਹੋ ਗਿਆ। ਜੇਕਰ ਸਾਨੂੰ ਕੁਐਸਚਨ ਦੇ ਵਿੱਚ ਐਕਸਲਰੇਸ਼ਨ ਨਿਕਾਲਣ ਨੂੰ ਕਹੇ, ਐਕਸਲਰੇਸ਼ਨ ਦਾ ਮਤਲਬ ਚੇਂਜ ਇਨ ਵੈਲੋਸਿਟੀ ਵਿਦ ਰਿਸਪੈਕਟ ਟੂ ਟਾਈਮ, ਇਹ ਕੱਲ ਵੀ ਡਿਸਕਸ ਕੀਤਾ ਸੀ dv by dt। ਐਕਸਲਰੇਸ਼ਨ ਦਾ ਫਾਰਮੂਲਾ change in velocity divided by change in time। velocity ਦਾ change in displacement with respect to time ਤੇ acceleration ਹੁੰਦੀ ਹੈ change in velocity with respect to time। ਤੇ ਕੀ ਕਰੋਗੇ d by dt ਤੇ v ਦੀ ਜਗ੍ਹਾ ਦੇ ਉੱਤੇ ਆ ਸਾਡੀ ਵੈਲਿਊ ਆ ਚੁੱਕੀ ਹੈ v ਦੀ, ਇੱਥੇ ਆ ਜਾਏਗਾ 3t square, ਫਿਰ ਮਾਈਨਸ ਵੱਖਰਾ ਕਰ ਦੋਗੇ, ਇੱਥੇ ਆ ਜਾਏਗਾ ਸਾਡੇ ਕੋਲ 12 ਤੇ 3 ਵਿੱਚੋਂ ਬਾਹਰ ਆ ਗਿਆ ਕਾਂਸਟੈਂਟ ਤੇ ਇਹਦੀ ਡਿਫਰੈਂਸ਼ੀਏਸ਼ਨ ਆ ਜਾਏਗੀ ਸਾਡੇ ਕੋਲ 2t। 3 ਨੂੰ ਬਾਹਰ ਕੱਢਿਆ ਤੇ ਪਾਵਰ ਨੀਚੇ ਕਰਕੇ ਨਹੀਂ ਆ ਗਈ ਤੇ ਮਾਈਨਸ ਸਾਡੇ ਕੋਲ ਆ ਗਈ 0। ਨਾਓ ਇਟ ਵਿਲ ਬਿਕਮ 6t। this is the value of